की पिटीशन है? बच्चे की जान में खतरा है, इस गल का खास ख्याल रखना है तुसीं। ਬੱਚਾ ਚਾਹੀਦਾ ਆਪਾਂ ਨੂੰ ਕਿਸੇ ਵੀ ਕੀਮਤ ਤੇ। बच्चे की जान में कुछ नहीं होना चाहिए, जिवें मर्जी करो, बच्चा जल्दी से जल्दी लभो। बॉस ने बस एक घाटा खाता है भाई, बॉस ने एक घाटा खाता है, बाकी सब ठीक है। पप्पू पता नहीं कित्थे है। जो मर्जी हो जाए, बड़ा हाई प्रोफाइल मामला है। सर असी कोई भी यही थां नहीं छड्डी जिथे सानू मुजरम मिल सकता है। कोई बंद पई फैक्ट्री, कोई बंद पिया कारखाना, कोई उजाड़ थां, जिथे भी किते सानू लगदा कि इत्थे मुजरम हो सकता है, असी कोई ਇਹੋ जगह नहीं छड्डी। ਸਾਰੇ ਏਰੀਆ ਨੂੰ ਸੀਲ ਕਰ ਦਿਓ। सत श्री अकाल, नमस्कार, सलाम। मैं अमनदीप कौर एक बार फिर नवा एपीसोड लेके हाजिर हाँ क्राइम स्टोरीज दे विच। क्राइम स्टोरी दे इस एपीसोड दे विच असीं देखांगे दिल दहलाउण वाली एक ऐसी घटना जिसनों सोच के ही किसी दा भी दिल दहक सकता है। हालांकि पुलिस ने इस केस दे विच अपनी पूरी मुस्तैदी दिखाई, पर उन्हां नूं किसी पासों भी कोई क्लू नहीं मिल रहा सी। जिस परिवार नाल ये घटना वापरी है, उन्हां नूं जिंदगी दे विच पहली वारी शक्की तौर ते कोई चीज़ मिली है। की है आखिर उस बॉक्स दे विच? आओ देखते हैं। डैडी, रमन, मेरा बच्चा। मेरा बच्चा मन बिल्कुल नहीं हो रहा। मेरा बच्चा, मेरा रो। सब्र कर। सर ਤੁਸੀਂ ਸਮਝ ਸਕਦੇ ਹੋ ਮੇਰੇ ਪਰਿਵਾਰ ਦੀ ਕੀ ਹਾਲਤ ਹੈ ਸਰ ਉਹਨਾਂ ਨੇ ਮੇਰੇ ਮਾਸੂਮ ਬੱਚੇ ਦਾ ਸਰ ਨੌ ਖਾੜ ਕੇ ਭੇਜਿਆ ਹੈ। ਮੇਰੇ ਪਰਿਵਾਰ ਦਾ ਰੋ ਕੇ ਬੁਰਾ ਹਾਲ ਹੈ ਸਰ। ਮੈਨੂੰ ਮੇਰਾ ਬੱਚਾ ਚਾਹੀਦਾ ਸਰ, ਪਲੀਜ਼ ਕੁਝ ਵੀ ਕਰੋ ਸਰ, ਮੈਨੂੰ ਮੇਰਾ ਬੱਚਾ ਲਿਆ ਕੇ ਦਿਓ ਸਰ, ਰਿਕੁਐਸਟ ਹੈ ਸਰ, ਪਲੀਜ਼ ਸਰ ਪਲੀਜ਼ ਸਾਡੀ ਹੈਲਪ ਕਰੋ ਸਰ, ਪਲੀਜ਼ ਸਰ ਬੱਚਾ, ਮੈਨੂੰ ਮੇਰਾ ਬੱਚਾ ਚਾਹੀਦਾ ਸਰ, ਪਲੀਜ਼। कितनी तकलीफ हुई होनी है मेरे बच्चे को जब तो 9 घंटे होने। मेरा बच्चा कितनी तकलीफ छोड़ा है, मेरा बच्चा कितनी तकलीफ छोड़ा है। बच्चे की उम्र कितनी है? 6 साल। इंस्पेक्टर साहब प्लीज प्लीज मेरे बच्चे ਨੂੰ वापस ले आओ। पता नहीं मेरा बच्चा किस हालत च होना है, उन्हें कुछ खाता पीता भी होना या नहीं। जी हौसला रखो, हौसला रखो।
ਤੁਸੀਂ ਫਿਕਰ ਨਾ ਕਰੋ, ਸਾਡੀ ਕੋਸ਼ਿਸ਼ ਜਾਰੀ ਹੈ। ਪੁਲਿਸ ਨੂੰ ਕੋਈ ਸਸਪੈਕਟਸ ਹੱਥ ਲੱਗੇ ਨੇ, ਉਹਨਾਂ ਨਾਲ ਪੁੱਛਤਾਛ ਜਾਰੀ ਹੈ। ਤੁਹਾਡਾ ਬੱਚਾ ਜਲਦੀ ਤੁਹਾਡੇ ਕੋਲ ਹੋਏਗਾ। ਪਵਨ ਜੀ, ਤੁਹਾਡੀ ਕਿਸੇ ਨਾਲ ਕੋਈ ਦੁਸ਼ਮਣੀ ਜਾਂ ਕੋਈ ਝਗੜਾ? ਇੰਸਪੈਕਟਰ ਸਾਹਿਬ, ਮੈਂ ਸ਼ਹਿਰ ਦਾ ਇੱਕ ਸਕਸੈਸਫੁਲ ਬਿਜ਼ਨਸਮੈਨ ਹਾਂ। ਮੈਨੂੰ ਖੁਦ ਨਹੀਂ ਪਤਾ ਕਿ ਮੇਰੇ ਕਿੰਨੇ ਦੁਸ਼ਮਣ ਹੋ ਸਕਦੇ ਨੇ। ਫਿਰ ਵੀ ਤੁਹਾਡਾ ਕਿਸੇ ਤੇ ਕੋਈ ਸ਼ੱਕ? इंस्पेक्टर साहब, वैसे तो मेरा कोई दुश्मन नहीं और ना ही कोई ऐसा जिससे मैं शक कर सका, पर हो सकता कि कोई अंदर ही अंदर मेरे तो जलदा हो। ਤੁਹਾਨੂੰ ਕੀ ਲੱਗਦਾ ਹੈ ਇਹ ਫਿਰੌਤੀ ਦਾ ਮਾਮਲਾ ਹੋ ਸਕਦਾ ਹੈ ਜਾਂ ਫਿਰ ਕੋਈ ਰੰਜਿਸ਼? इंस्पेक्टर साहब, अगर फिरौती का मामला होंदा तो हुण तक कोई ना कोई कॉल आ जाती, पर मैनू अज तक कोई कॉल नहीं आई। ਤੁਸੀਂ ਹੌਸਲਾ ਰੱਖੋ, ਸਾਡੀ ਕਾਰਵਾਈ ਚੱਲਦੀ ਪਈ ਹੈ। ਜਲਦ ਤੋਂ ਜਲਦ ਕੋਈ ਨਾ ਕੋਈ ਰਿਜ਼ਲਟ ਕੱਢਾਂਗੇ ਅਸੀਂ। ਹੁਣ ਤੱਕ ਤੁਸੀਂ ਕਿੱਥੇ ਕਿੱਥੇ ਰੇਡਾਂ ਕੀਤੀਆਂ ਤੇ ਕਿੰਨੇ ਬੰਦੇ ਅਰੈਸਟ ਕੀਤੇ ਆ? ਸਰ 20 ਤੋਂ 25 ਜਗ੍ਹਾ ਤੇ ਅਸੀਂ ਰੇਡ ਮਾਰੀ ਆ, ਜਿਨ੍ਹਾਂ ਵਿੱਚ ਸ਼ੱਕੀ ਹਾਲਾਤ ਦੇ ਬੰਦੇ ਸੀ। ਉਹਨਾਂ ਕੋਲ ਪੁੱਛਗਿੱਛ ਜਾਰੀ ਹੈ ਤੇ ਜਲਦੀ ਕੋਈ ਨਾ ਕੋਈ ਕਲੂ ਮਿਲੇਗਾ ਜੀ। ਸਰ, ਅਸੀਂ ਕੋਈ ਵੀ ਇਹੋ ਜਿਹੀ ਥਾਂ ਨਹੀਂ ਛੱਡੀ ਜਿੱਥੇ ਸਾਨੂੰ ਮੁਜਰਮ ਮਿਲ ਸਕਦਾ ਹੈ। ਕੋਈ ਬੰਦ ਪਈ ਫੈਕਟਰੀ, ਕੋਈ ਬੰਦ ਪਿਆ ਕਾਰਖਾਨਾ, ਕੋਈ ਉਜਾੜ ਥਾਂ, ਜਿੱਥੇ ਵੀ ਕਿਤੇ ਸਾਨੂੰ ਲੱਗਦਾ ਕਿ ਇੱਥੇ ਮੁਜਰਮ ਹੋ ਸਕਦਾ, ਅਸੀਂ ਕੋਈ ਇਹੋ ਜਿਹੀ ਜਗ੍ਹਾ ਨਹੀਂ ਛੱਡੀ। ਸਾਰੇ ਏਰੀਏ ਨੂੰ ਸੀਲ ਕਰ ਦਿਓ। ਹਰ ਥਾਂ ਤੇ ਸੰਭਵ ਕੋਸ਼ਿਸ਼ ਕਰਕੇ ਬੱਚਾ ਚਾਹੀਦਾ ਆਪਾਂ ਨੂੰ ਕਿਸੇ ਵੀ ਕੀਮਤ ਤੇ। ਤਾਂ ਚਾਹੇ ਕ੍ਰਿਮੀਨਲ ਨੂੰ ਸ਼ੂਟ ਕਰਨਾ ਪੈ ਜੇ, ਬਹੁਤ ਪ੍ਰੈਸ਼ਰ ਆ, ਹਰ ਹਾਲਤ ਦੇ ਵਿੱਚ ਬੱਚਾ ਚਾਹੀਦਾ, ਔਰ ਉਹ ਵੀ ਸਹੀ ਹਾਲਤ ਵਿੱਚ। ਸਰ, ਸਾਡੀ ਪੂਰੀ ਕੋਸ਼ਿਸ਼ ਆ ਅਸੀਂ ਜਲਦੀ ਤੋਂ ਜਲਦੀ ਬੱਚੇ ਨੂੰ ਜਿੱਥੇ ਵੀ ਆ ਉਹਨੂੰ ਤਲਾਸ਼ ਕਰਕੇ ਤੁਹਾਡੇ ਸਾਹਮਣੇ ਪੇਸ਼ ਕੀਤੇ ਜਾਵੇ, ਉਹ ਸਹੀ ਸਲਾਮਤ। ਸਰ, ਕੁਝ ਪਾਰਟੀਆਂ ਅਸੀਂ ਸਿਵਲ ਵਿੱਚ ਵੀ ਭੇਜੀਆਂ ਹੋਈਆਂ, ਜਿੱਥੇ ਸਾਨੂੰ ਮਾੜੀ ਜਿਹੀ ਸੂਹ ਮਿਲਦੀ ਆ, ਅਸੀਂ ਬੱਚਾ ਹਾਜ਼ਰ ਕਰ ਦਾਂਗੇ ਸਰ। ਗੁੱਡ, ਵੈਰੀ ਗੁੱਡ, ਕੀਪ ਇਟ ਅਪ। ਤੁਸੀਂ ਦੇਖਿਆ ਕਿ ਇਹ ਮਾਮਲਾ ਇੱਕ 6 ਸਾਲ ਦੇ ਬੱਚੇ ਦੀ ਕਿਡਨੈਪਿੰਗ ਦਾ ਸੀ। ਪੁਲਿਸ ਉਸ ਬੱਚੇ ਦੀ ਭਾਲ ਦੇ ਵਿੱਚ ਹਰ ਨਾਕੇ ਸ਼ਹਿਰ ਦੇ ਚੱਪੇ-ਚੱਪੇ ਦੇ ਵਿੱਚ ਭਾਲ ਕਰ ਰਹੀ ਸੀ, ਪਰ ਉਹਨਾਂ ਦੇ ਹੱਥ ਹਾਲੇ ਤੱਕ ਖਾਲੀ ਸੀ, ਕਿਉਂਕਿ ਇੱਕ ਸਕਸੈਸਫੁਲ ਬਿਜ਼ਨਸਮੈਨ ਦਾ ਬੱਚਾ ਹੋਣ ਕਰਕੇ ਜਿੱਥੇ ਪੁਲਿਸ ਦੇ ਉੱਤੇ ਇੱਕ ਪੋਲੀਟੀਕਲ ਪ੍ਰੈਸ਼ਰ ਸੀ, ਉੱਥੇ ਹੀ ਘਰ ਵਾਲਿਆਂ ਦੀ ਹਾਲਤ ਦੇਖ ਕੇ ਪੁਲਿਸ ਨੂੰ ਉਹਨਾਂ ਦੇ ਨਾਲ ਹਮਦਰਦੀ ਵੀ ਸੀ। ਪਰ ਦੇਖਦੇ ਆ ਇਸ ਮਾਮਲੇ ਦੇ ਵਿੱਚ ਅੱਗੇ ਕੀ ਬਣਦਾ ਹੈ। ਬੇਟਾ, ਇਹਨੂੰ ਦੇਖਿਆ ਤੁਸੀਂ? ਹਾਂਜੀ। ਕੀ ਨਾਮ ਇਹਦਾ? ਰਮਨ। ਤੁਹਾਡੇ ਨਾਲ ਪੜਦਾ ਹੈ? ਹਾਂਜੀ। ਹੁਣ ਇਹ ਸਕੂਲ ਆਉਂਦਾ? ਨਹੀਂ। ਇਹਨੂੰ ਦੇਖੋ, ਇਹਨੂੰ ਜਾਣਦੇ ਹੋ? ਇਹਨੂੰ ਦੇਖਿਆ ਕਿਤੇ? ਨਹੀਂ। ਤੇਰਾ ਨਾਂ ਹੈ ਬਿੱਟੂ ਬਦਮਾਸ਼? ਜਨਾਬ, ਬਿੱਟੂ ਬਦਮਾਸ਼ ਤਾਂ ਨਹੀਂ ਹੈ ਜੀ। ਮੈਂ ਕਰਦਾ ਤੇਰੀ ਜਨਾਬ, ਕਰਦਾ ਸੀ ਮੈਂ। ਸਰ, ਮੈਨੂੰ ਲੱਗਦਾ ਬੱਚੇ ਰੋਣ ਦੀ ਆਵਾਜ਼ ਆਉਂਦੀ ਆ। ਤੇ ਪੈਗ ਜ਼ਿਆਦਾ ਲਾ ਲਿਆ। ਚਲ ਨਹੀਂ, ਹੋਰ ਲਾ ਦੇ ਇੱਕ ਪੈਗ। ਚੱਲ ਪੈਗ ਪਾ। ਪੀ, ਫਿਰ ਮੈਂ ਪੀਊਂਗਾ। ਪੀ। ਓ ਮੈਨੂੰ ਪੀ ਲੈਣ ਦੇ ਯਾਰ। ਚਿਹਰੇ ਤੇ ਚੱਲ ਗਿਆ। ਜਦ ਵੀ ਕੋਈ ਨਾ ਕੋਈ ਕੰਮ ਕਰਨ ਲੱਗਦਾ ਸਾਲੀ ਅੜਚਣ ਆ ਜਾਂਦੀ ਆ। ਉਰੇ ਆ, ਮੇਰੀ ਗੱਲ ਸੁਣ। ਆਪਾਂ ਬੌਸ ਨੂੰ ਦੱਸ ਦਾਂਗੇ ਕਿ ਆਪਾਂ ਬਾਂਸਲਾਂ ਦਾ ਮੁੰਡਾ ਕਿਡਨੈਪ ਕਰ ਲਿਆ, ਠੀਕ ਆ? ਆਪਾਂ ਉਹਨੂੰ ਕੱਲ ਨੂੰ ਕਿਡਨੈਪ ਕਰ ਲਾਂਗੇ। ਉਹ ਲਾਲ ਗੱਡੀ ਆ। ਬੱਚਾ ਕਿੱਥੇ ਗਿਆ? ਲਾਲ ਗੱਡੀ। ਕੀ ਲੱਭ ਰਹੇ ਹੋ ਇੰਨੀ ਰਾਤ ਨੂੰ? एक रेड कार,
ਰੈੱਡ ਕਾਰ? ਹਾਂ, ਪੁਲਿਸ ਵਾਲੇ ਇੱਕ ਰੈੱਡ ਕਾਰ ਬਾਰੇ ਪੁੱਛ ਰਹੇ ਸੀ ਤੇ ਮੈਨੂੰ ਕਿਤੇ ਨਾ ਕਿਤੇ ਮੇਰੇ ਖਿਆਲ ਵਿੱਚ ਆ ਰਿਹਾ ਸੀ ਕਿ ਉਹ ਰੈੱਡ ਕਾਰ ਮੈਂ ਕਿਤੇ ਦੇਖੀ ਹੈ। ਪਲੀਜ਼, ਮੈਨੂੰ ਨਹੀਂ ਪਤਾ ਕਿਸੇ ਰੈੱਡ ਕਾਰ ਬਾਰੇ, ਪਰ ਤੁਸੀਂ ਮੇਰੇ ਬੱਚੇ ਨੂੰ ਵਾਪਸ ਲਿਆ ਦਿਓ। ਪੁਲਿਸ ਨੇ ਇੱਕ ਬਿੱਟੂ ਬੌਸ ਨਾਮ ਦੇ ਬੰਦੇ ਨੂੰ ਗ੍ਰਿਫਤਾਰ ਕੀਤਾ ਹੈ ਤੇ ਉਹਦੇ ਕਿਸੇ ਬੰਦੇ ਨੇ ਉਸੇ ਰੈੱਡ ਕਾਰ ਦਾ ਜ਼ਿਕਰ ਕੀਤਾ ਹੈ। ਮੈਨੂੰ ਲੱਗ ਰਿਹਾ ਉਹ ਰੈੱਡ ਕਾਰ ਮੈਂ ਕਿਤੇ ਦੇਖੀ ਹੈ, ਸ਼ਾਇਦ ਕਿਸੇ ਫੋਟੋ 'ਚ ਦੇਖੀ ਹੈ। ਇੰਸਪੈਕਟਰ ਸਾਹਿਬ, ਰਮਨ ਨੂੰ ਲੈ ਕੇ ਉਹਦੀ ਮੰਮੀ ਬਹੁਤ ਜ਼ਿਆਦਾ ਟੈਨਸ਼ਨ ਵਿੱਚ ਹੈ। ਮੈਂ ਇਹਨੂੰ ਕਿਹਾ ਕਿ ਮੈਂ ਇਕੱਲਾ ਪੁਲਿਸ ਸਟੇਸ਼ਨ ਚਲਾ ਜਾਣਾ, ਪਰ ਇਹ ਨਹੀਂ ਮੰਨੀ। ਤੁਸੀਂ ਸੋਚ ਸਕਦੇ ਹੋ ਸਾਡੀ ਕੀ ਹਾਲਤ ਹੈ। ਹੁਣ ਦੱਸੋ ਅਸੀਂ ਕੀ ਕਰੀਏ? ਦੇਖੋ, ਅਸੀਂ ਹੁਣ ਤੱਕ ਜਿੰਨੇ ਬੰਦੇ ਅਰੈਸਟ ਕੀਤੇ ਆ ਉਹਨਾਂ ਸਾਰਿਆਂ ਦੀ ਤੁਹਾਤੋਂ ਸ਼ਨਾਖਤ ਕਰਵਾ ਲਈ ਹੈ, ਪਰ ਅਸੀਂ ਹੁਣ ਕੁਝ ਹੋਰ ਬੰਦੇ ਅਰੈਸਟ ਕੀਤੇ ਆ ਜਿਸ ਕਰਕੇ ਤੁਹਾਨੂੰ ਇੱਥੇ ਆਉਣਾ ਪਿਆ। ਤੁਸੀਂ ਪਹਿਲਾਂ ਇਹ ਤਾਂ ਦੱਸੋ ਕਿ ਸਾਡਾ ਬੱਚਾ ਹੈ ਕਿੱਥੇ? ਇੰਸਪੈਕਟਰ ਸਾਹਿਬ, ਮੇਰੇ ਬੱਚੇ ਦਾ ਕੁਝ ਪਤਾ ਲੱਗਿਆ ਵੀ ਆ ਕਿ ਨਹੀਂ? ਦੇਖੋ, ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਡੇ ਬੱਚੇ ਨੂੰ ਜਲਦ ਤੋਂ ਜਲਦ ਲੱਭ ਕੇ ਤੁਹਾਡੇ ਤੱਕ ਪਹੁੰਚਾਈਏ। ਬਾਈ ਦੀ ਵੇ, ਇਹ ਮੈਡਮ ਕੌਣ ਨੇ? ਇਹ ਸਾਡੇ ਪਹਿਲਾਂ ਬਿਜ਼ਨਸ ਪਾਰਟਨਰ ਹੁੰਦੇ ਸੀ। ਮੈਡਮ, ਤੁਸੀਂ ਟੈਨਸ਼ਨ ਨਾ ਲਓ, ਤੁਹਾਡਾ ਬੱਚਾ ਜਲਦੀ ਵਾਪਸ ਆ ਜਾਊਗਾ। ਕੀ ਇੱਕ ਹੋਰ ਬਾਕਸ ਆਇਆ ਹੈ? ਕੀ ਮਿਲਿਆ ਬਾਕਸ ਵਿੱਚੋਂ? ਨਾ ਮਿਲਿਆ? ਠੀਕ ਹੈ, ਮੈਂ ਹੁਣੇ ਪਹੁੰਚਦਾ। ਸਰ, ਆ ਇੱਕ ਹੋਰ ਬਾਕਸ ਮਿਲਿਆ। ਓ ਮਾਈ ਗॉड। ਸਰ ਇਹ ਫਿਰੌਤੀ ਦਾ ਮਾਮਲਾ ਹੈਗਾ। ਸਰ, ਇਹਦੇ 'ਚ ਇੱਕ ਪਰਚੀ ਵੀ ਮਿਲੀ ਹੈ ਜਿਹਦੇ 'ਚ ਪੂਰੇ 1 ਕਰੋੜ ਦੀ ਡਿਮਾਂਡ ਕੀਤੀ ਹੋਈ ਹੈ। ਸਰ 1 ਕਰੋੜ ਦਾ ਕੀ, ਮੈਂ ਪੂਰੇ 5 ਕਰੋੜ ਦੇ ਦਾਂਗਾ, ਪਰ ਮੈਨੂੰ ਮੇਰਾ ਬੇਟਾ ਮਿਲੇ ਤਾਂ ਸਹੀ। ਸਾਨੂੰ ਪਤਾ ਤਾਂ ਲੱਗੇ ਉਹ ਹੈ ਕਿੱਥੇ। ਹੌਸਲਾ ਰੱਖੋ, ਹਰ ਪਹਿਲੂ ਤੋਂ ਜਾਂਚ ਜਾਰੀ ਆ। ਅਸੀਂ ਦੋਸ਼ੀਆਂ ਤੱਕ ਪਹੁੰਚ ਕਰਕੇ ਹੀ ਰਹਾਂਗੇ। ਦੇਖੋ ਪਵਨ ਜੀ, ਸਾਡੇ ਕੋਲ ਇਨਫੋਰਮੇਸ਼ਨ ਵੀ ਹੈ। ਅਸੀਂ ਇਸੇ ਕਰਕੇ ਸਾਰੇ ਜ਼ਿਲ੍ਹੇ ਨੂੰ ਸੀਲ ਕੀਤਾ ਜਾ ਚੁੱਕਾ ਹੈ। 24 ਘੰਟੇ ਦੇ ਵਿੱਚ ਦੋਸ਼ੀ ਫੜਾਂਗੇ। ਸਰ ਉਮੀਦ ਰੱਖ, ਤੁਸੀਂ ਜੋ ਵੀ ਕਰਨਾ ਸਰ, ਪਲੀਜ਼ ਥੋੜਾ ਜਲਦੀ। ਪਲੀਜ਼ ਤੁਸੀਂ ਸਾਡਾ ਸਾਥ ਦਿਓ, ਹੌਸਲਾ ਰੱਖੋ। ਜੀ ਸਰ। ਪੁਲਿਸ ਦੇ ਹੱਥ ਬਿੱਟੂ ਬੌਸ ਨਾਮ ਦਾ ਇੱਕ ਨਾਮੀ ਬਦਮਾਸ਼ ਲੱਗਾ, ਜਿਸ ਨੇ ਦੱਸਿਆ ਕਿ ਉਹਦੇ ਸਰਕਲ ਦੇ ਵਿੱਚ ਐਸੇ ਨਾਮੀ ਬਦਮਾਸ਼ ਹੋਰ ਵੀ ਨੇ ਜਿਹੜੇ ਪਹਿਲਾਂ ਤੋਂ ਹੀ ਰਮਨ ਦੀ ਕਿਡਨੈਪਿੰਗ ਦੀ ਫਿਰਾਕ ਵਿੱਚ ਸਨ। ਜਦੋਂ ਪੁਲਿਸ ਨੇ ਉਹਨਾਂ ਤੇ ਸ਼ਿਕੰਜਾ ਕੱਸਿਆ, ਉਹਨਾਂ ਨੂੰ ਫੜਿਆ, ਤਾਂ ਉਹਨਾਂ ਨੇ ਦੱਸਿਆ ਕਿ ਹਾਂ, ਇਸ ਕਿਡਨੈਪਿੰਗ ਦੇ ਤਾਂ ਲਾਲ ਕਾਰ ਨਾਲ ਸਿੱਧੇ ਤੌਰ ਤੇ ਜੁੜੇ ਹੋਏ ਹਨ। ਪੁਲਿਸ ਨੂੰ ਜਿੱਦਾਂ ਹੀ ਲਾਲ ਕਾਰ ਬਾਰੇ ਇਤਲਾ ਮਿਲੀ, ਉਦਾਂ ਹੀ ਉਹਨਾਂ ਨੇ ਘਰ ਦੇ ਨਾਲ ਗੱਲ ਕੀਤੀ। ਪਵਨ ਦੇ ਦਿਮਾਗ ਵਿੱਚ ਉਸੇ ਵਕਤ ਉਹ ਲਾਲ ਕਾਰ ਘੁੰਮਣੀ ਸ਼ੁਰੂ ਹੋ ਗਈ, ਕਿਉਂਕਿ ਉਸਨੇ ਸ਼ਾਇਦ ਉਹ ਕਾਰ ਕਿਤੇ ਦੇਖੀ ਸੀ। ਪੁਲਿਸ ਵਾਲਿਆਂ ਨੇ ਫੋਨ ਟ੍ਰੇਸ ਵੀ ਕੀਤੇ। ਲੋਕੇਸ਼ਨ ਦੇ ਆਧਾਰ ਤੇ ਪੁਲਿਸ ਵਾਲਿਆਂ ਦਾ ਸ਼ੱਕ ਕਦੀ ਘਰਦਿਆਂ ਤੇ ਤਾਂ ਕਦੀ ਬਾਹਰਦਿਆਂ ਤੇ ਜਾਣਾ ਸ਼ੁਰੂ ਹੋ ਗਿਆ। ਆਓ ਦੇਖਦੇ ਹਾਂ ਕਿ ਵਾਕਈ ਇਹ ਛੜਯੰਤਰ ਕਿਸੇ ਘਰ ਦੇ ਨੇ ਰਚਿਆ ਜਾਂ ਫਿਰ ਇਹਦੇ ਪਿੱਛੇ ਕੋਈ ਬਾਹਰ ਦਾ। टेंशन ना लो, सब ठीक हो जाएगा। लो तुसी दूध पियो। नहीं, पता नहीं मेरे बच्चे ने कुछ खाता भी होना कि नहीं। 2 दिन हो गए उन्हें गुम हुए नो। ਪਲੀਜ਼ ਮੈਡਮ ਜੀ, ਦੁੱਧ ਪੀ ਲਓ, ਕਿਤੇ ਤੁਹਾਡੀ ਸਿਹਤ ਨਾ ਖਰਾਬ ਹੋ ਜਾਏ। देख, मैनू तेरी ते पवन दी बहुत चिंता लगी रहंदी है। सब ठीक हो जू। फड़ो दूध पी। ਹਾਂਜੀ ਮੈਡਮ ਜੀ, ਸਰ ਵੀ ਬਹੁਤ ਜ਼ਿਆਦਾ ਟੈਨਸ਼ਨ 'ਚ ਨੇ। ਪੂਰੀ ਪੁਲਿਸ ਫੋਰਸ ਲੱਗੀ ਆ, ਪਰ ਰਮਨ ਦਾ ਅਜੇ ਤੱਕ ਕੁਝ ਪਤਾ ਨਹੀਂ ਲੱਗਿਆ ਮੈਡਮ ਜੀ। किन्नी तकलीफ हुई होनी है मेरे बच्चे नू ਜਦੋਂ ਉਹਨਾਂ ਨੇ ਮੇਰੇ ਬੱਚੇ ਦੇ ਨੌ ਕਿੱਥੇ ਹੋਣਗੇ। ਮੈਡਮ ਜੀ, ਇੱਕ ਵਾਰ ਮੈਨੂੰ ਮਿਲ ਜਾਣਾ ਹੋ, ਮੈਂ ਉਹਨਾਂ ਨੂੰ ਜਾਨੋਂ ਮਾਰ ਦੂੰਗਾ। ਡੱਕਰੇ ਕਰ ਦੇਣਾ ਮੈਡਮ ਜੀ ਮੈਂ ਉਹਨਾਂ ਦੇ। ਹਾਂ,
ਜਨਾਬ ਸਾਡੇ ਖੇਤ ਦੇ ਕੋਲ ਇੱਕ ਝਾੜੀਆਂ ਦੇ ਵਿੱਚ ਬੱਚੇ ਦੀ ਲਾਸ਼ ਪਈ ਹੈ ਜੀ। ਤੁਹਾਨੂੰ ਪਤਾ ਉਹ ਬੱਚੇ ਦੀ ਲਾਸ਼? ਹਾਂਜੀ ਵੇਖੀ ਜੀ ਮੈਂ। ਜਨਾਬ ਜਦੋਂ ਅਸੀਂ ਪੈਗ ਲਾ ਰਹੇ ਸੀ ਨਾ ਰੋਣ ਦੀ ਆਵਾਜ਼ ਆਈ ਸੀ ਜੀ। ਤੁਸੀਂ ਉਸ ਲਾਸ਼ ਦੇ ਕੋਲ ਗਏ, ਦੇਖਿਆ ਉਹਨੂੰ? ਨਹੀਂ ਅਸੀਂ ਗਏ ਨਹੀਂ ਗਏ? ਗਏ ਫਿਰ ਗਏ ਬੱਚਾ ਸਾਨੂੰ ਤਾਂ ਐ ਲੱਗਿਆ ਕਿ ਜਿਵੇਂ ਮਰਿਆ ਹੋਇਆ ਸੀ ਜੀ ਬੱਚਾ। ਕੀ ਲਾਸ਼ ਮਿਲੀ ਹੈ? ਕਿੱਥੋਂ ਮਿਲੀ ਹੈ? ਠੀਕ ਹੈ, ਹਾਂ ਅਸੀਂ ਐਸਐਸਪੀ ਸਾਹਿਬ ਨੂੰ ਇਨਫੋਰਮ ਕਰਕੇ ਹੁਣੇ ਪਹੁੰਚਦੇ ਹਾਂ। ਓਕੇ 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 ਜਨਾਬ ਜਨਾਬ ਇਹ ਪੜਾ ਬੱਚਾ ਆ ਪਿਆ ਜੀ। ਕਿੰਨੇ ਕੁ ਵਜੇ ਦੇਖਿਆ ਤੁਸੀਂ ਇਹਨੂੰ ਇੱਥੇ? ਕੋਈ 9:15 ਵਜੇ ਜੀ। ਹੋਰ ਕੋਈ ਸੀ ਇਹਦੇ ਇੱਥੇ ਨਾਲ ਆਲੇ ਦੁਆਲੇ? ਹੋਰ ਤਾਂ ਇਹਨਾਂ ਦੇ ਨਾਲ ਨਹੀਂ ਸੀ ਜਨਾਬ, ਇਹਨਾਂ ਦੇ ਨਾਲ ਮੈਂ ਸੀ। ਮੈਂ ਵੇਖਿਆ ਜੀ ਪਹਿਲਾਂ ਵੀ ਮੇਰੇ ਨਾਲ ਇਹ ਵੀ ਸੀਗਾ ਜੀ। ਵੇਖਿਆ ਜੀ ਇਹਨੂੰ ਹੋਰ ਬੰਦਾ ਦਿਖਿਆ ਇੱਥੇ? ਅਸੀਂ ਨਹੀਂ ਵੇਖਿਆ। ਆਪਣੀ ਵੇਖਿਆ ਜੀ। ਚੱਕੋ ਯਾਰ ਇਹਨੂੰ ਹਸਪਤਾਲ ਲੈ ਚਲੋ। ਚੱਕੋ ਇਹਨੂੰ। ਲੈ ਕੇ ਚਲੋ ਜਲਦੀ ਚੱਕੋ ਬੱਚੇ ਨੂੰ ਜਲਦੀ ਚੱਕੋ। ਇੱਧਰ ਚੱਕੋ। रमन देख मम्मा बुला रहे हैं। रमन रमन मम्मा बुला रहे हैं। रमन देख मम्मा बुला रही है। बड़े अफसोस की गल है कि आप बच्चे ਨੂੰ बचा नहीं पाए। ਪਰ ਕ੍ਰਿਮੀਨਲ ਵੀ ਨਹੀਂ ਬਚਣੇ ਚਾਹੀਦੇ। आ जाओ। ਸਰ ਬੱਚੇ ਦੇ ਨੇਲ ਦੇ ਵਿੱਚ ਜਿਹੜਾ ਧਾਗਾ ਮਿਲਿਆ ਸੀ ਸਰ ਉਹ ਟੈਸਟਿੰਗ ਰਿਪੋਰਟ ਲਈ ਭੇਜ ਦਿੱਤਾ ਗਿਆ। ਸਰ 101% ਕ੍ਰਿਮੀਨਲ 24 ਘੰਟਿਆਂ ਵਿੱਚ ਸਾਡੇ ਕਬਜ਼ੇ 'ਚ ਹੋਊਗਾ। ओके सर। सर पवन के ड्राइवर तो पूछताछ चल रही है। यस सर। आखिर क्रिमिनल कौन हो सकता है? ਤੁਸੀਂ ਪਹਿਲਾਂ ਇਹ ਤਾਂ ਦੱਸੋ ਕਿ ਸਾਡਾ ਬੱਚਾ ਹੈ ਕਿੱਥੇ? ਬਾਈ ਦੀ ਵੇ ਇਹ ਮੈਡਮ ਕੌਣ ਨੇ? ਇਹ ਸਾਡੇ ਪਹਿਲਾਂ ਬਿਜ਼ਨਸ ਪਾਰਟਨਰ ਹੁੰਦੇ ਸੀ।
ਬੱਚੇ ਨੂੰ ਤਾਂ ਅਸੀਂ ਇੱਥੇ ਰੱਖਿਆ ਸੀ। ਬੋਲਦਾ ਅਸੀਂ ਬੱਚੇ ਨੂੰ ਕਿਡਨੈਪ ਕੀਤਾ। ਬੜੇ ਚਿਰ ਦਾ ਅਸੀਂ ਬੱਚੇ ਨੂੰ ਕਿਡਨੈਪ ਕਰਨ ਦੀ ਸੋਚ ਰਹੇ ਸੀ, ਪਰ ਬੱਚਾ ਬਚ ਜਾਂਦਾ ਸੀ। ਪਰ ਇੱਕ ਦਿਨ ਅਸੀਂ ਕਿਡਨੈਪ ਕਰਕੇ ਫੈਕਟਰੀ 'ਚ ਲੈ ਗਏ। ਉੱਥੋਂ ਫੈਕਟਰੀ 'ਚੋਂ ਚੱਕ ਕੇ ਅਸੀਂ ਹੋਰ ਕਿਤੇ ਲੈ ਗਏ। ਉਹ ਬੱਚੇ ਨਾਲ ਕੀਤਾ ਕੀ? ਬੱਚੇ ਨਾਲ ਅਸੀਂ ਬਹੁਤ ਜ਼ੁਲਮ ਕੀਤੇ। ਅਸੀਂ ਬੌਸ ਦੇ ਕਹਿਣ ਤੇ ਉਹਦੇ ਨੌ ਕੱਟੇ ਤੇ ਉਸ ਲਈ ਸਾਨੂੰ ਨੌ ਕੱਟਣ ਦੇ ਲਈ ਸਾਨੂੰ ਪੈਸੇ ਮਿਲਣੇ ਸੀ। ਤੇਰਾ ਬੌਸ ਕੌਣ ਹੈ? ਉਹਦਾ ਪਾਰਟਨਰ, ਮੇਰਾ ਉਹ ਬੌਸ। ਜੋ ਕੁਝ ਵੀ ਮੈਂ ਕੀਤਾ ਉਹਦੇ ਕਹਿਣ ਤੇ ਕੀਤਾ। ਇਹ ਵਿਜੇ ਦੀ ਗੱਲ ਕਰਦਾ ਹੈ। ਇਹਦਾ ਬੌਸ ਵਿਜੇ ਆ। ਕਿੰਨੇ ਪੈਸੇ ਮਿਲਨੇ ਸੀ ਤੁਹਾਨੂੰ? ਪੈਸੇ 1 ਦਾ 1 ਕਰੋੜ। 1 ਦਾ 1 ਕਰੋੜ? ਹਾਂਜੀ। ਇਸ ਮਾਸੂਮ ਬੱਚੇ ਨੂੰ ਮਾਰ ਦਿੱਤਾ ਤੁਸੀਂ? ਫਿਰ ਉਸ ਤੋਂ ਬਾਅਦ ਸਾਡਾ ਲਾਲਚ ਹੋਰ ਵੱਧਦਾ ਗਿਆ ਤੇ ਅਸੀਂ ਇੱਕ ਇੱਕ ਕਰਕੇ ਉਹਦੇ ਸਾਰੇ ਨੌ ਕੱਢ ਦਿੱਤੇ ਤੇ ਹੌਲੀਆਂ ਨਾਲ ਉਹਦੇ ਪੈਰ ਤੇ ਵੀ। ਸਰ ਰਜਨੀ ਨੂੰ ਪੁਲਿਸ ਸਟੇਸ਼ਨ ਲੈ ਕੇ ਆ ਰਹੇ ਨੇ। ਸਰ ਬੱਚੇ ਦੇ ਨੌਂ ਵਿੱਚ ਫਸਿਆ ਧਾਗਾ ਡਰਾਈਵਰ ਦੇ ਕੱਪੜਿਆਂ ਦਾ ਸੀ। ਹਾਂਜੀ ਸਰ, ਰਿਪੋਰਟ ਵਿੱਚ ਇਹੀ ਆਇਆ। ਸਿੱਧਾ ਪਵਨ ਦੇ ਡਰਾਈਵਰ ਤੇ ਗੱਲ ਜਾ ਰਹੀ ਹੈ। ਯਾਰ ਇੱਕ ਕੰਮ ਦਿੱਤਾ ਤੁਸੀਂ ਉਹ ਵੀ ਨਹੀਂ ਕਰ ਸਕੇ। ਜ਼ਲੀਲ ਵੀ ਕਰਦੇ ਸੀ, ਵਿਜੇ ਨੂੰ ਵੀ ਜ਼ਲੀਲ ਕਰਕੇ ਕੱਢਿਆ। ਪਹਿਲਾਂ ਤਾਂ ਮੈਨੂੰ ਬਹੁਤ ਬੁਰਾ ਲੱਗਿਆ, ਪਰ ਜਦੋਂ ਮੈਂ ਵਿਜੇ ਨੂੰ ਮਿਲਿਆ ਫਿਰ ਮੈਨੂੰ ਚੰਗਾ ਲੱਗਿਆ। ਪੈਸੇ ਮਿਲਣੇ ਸੀ, ਵਿਜੇ ਨੇ ਆਪਣੀ ਬੇਇੱਜ਼ਤੀ ਦਾ ਬਦਲਾ ਲੈਣਾ ਸੀ ਤੇ ਅਸੀਂ ਤੇ ਮੈਂ ਕਾਰ ਦੀ ਛੱਡ। ਪਰ ਉਹ ਤਾਂ ਸਾਲਾ ਹਰਾਮਜ਼ਾਦਾ ਪੱਪੂ ਮਰ ਗਿਆ। ਜੇ ਕਿਤੇ ਉਹ ਲਾਲ ਰੰਗ ਦੀ ਗੱਲ ਹੋ ਰਹੀ ਹੈ। ਉੱਥੇ ਕਾਰ ਤਲਾਸ਼ ਕਰ ਰਹੇ ਨੇ ਲਾਲ ਰੰਗ ਦੀ। ਰੈੱਡ ਕਾਰ? ਹਾਂ, ਪੁਲਿਸ ਵਾਲੇ ਇੱਕ ਰੈੱਡ ਕਾਰ ਬਾਰੇ ਪੁੱਛ ਰਹੇ ਸੀ ਤੇ ਮੈਨੂੰ ਕਿਤੇ ਨਾ ਕਿਤੇ ਮੇਰੇ ਖਿਆਲ ਵਿੱਚ ਆ ਰਿਹਾ ਸੀ ਕਿ ਉਹ ਰੈੱਡ ਕਾਰ ਮੈਂ ਕਿਤੇ ਦੇਖੀ ਹੈ। ਤੈਨੂੰ ਕਿਹਾ ਸੀ ਨਾ, ਉਹਦੇ ਖੱਖੜੀਆਂ ਕਰੇਲੇ ਕਰਕੇ ਕਿਸੇ ਖੂਹ ਖਾਤੇ ਖਤਮ ਕਰ ਦੋ ਉਹਨੂੰ। ਪਰ ਤੂੰ ਗੱਲ ਸੁਣ ਜੀ ਸਰ। ਉਸ ਲਾਲ ਰੰਗ ਦੀ ਕਾਰ ਨੂੰ ਕਿਸੇ ਵੀ ਭੋਰੇ ਦੇ ਵਿੱਚ ਅੱਗ ਲਾ ਕੇ ਫੂਕ ਦੇ ਭਾਵੇਂ, ਪਰ ਲਾਲ ਰੰਗ ਦੀ ਕਾਰ ਨਹੀਂ ਦਿਖਣੀ ਚਾਹੀਦੀ। ਨਫ਼ਰਤ ਹੋ ਗਈ ਹੈ ਮੈਨੂੰ ਇਸ ਲਾਲ ਰੰਗ ਤੋਂ, ਸਮਝਿਆ ਨਾ? ਓਕੇ ਸਰ, ਤੁਸੀਂ ਸਮਝੋ ਇਹ ਹੋ ਗਿਆ। ਉਹ ਲਾਲ ਕਾਰ ਦਾ ਕਿਉਂ ਨਾ ਮਿਲਦਾ, ਹਵਾ ਨਹੀਂ ਸੀ ਫੜੀ ਜਾਣੀ। ਹਾਂ, ਵਿਜੇ ਦੀ ਸਕੀਮ ਸੀ। ਅਮੀਰ ਬਾਪ ਦਾ ਪੁੱਤ ਸੀ, ਉਹ ਵੀ ਕੱਲਾ ਚੱਕਣ ਨੂੰ ਤਾਂ ਬਹੁਤ ਫਿਰਦੇ ਸੀ, ਪਰ ਅਸੀਂ ਸਕੀਮ ਬਣਾ ਲਈ। ਤੜਫਾ ਕੇ। ਪਾਪਾ, ਮੰਮੀ, ਚੁੱਪ। ਪਾਪਾ। ਤੜਫਾ ਕੇ। ਹਾਂ ਸਰ ਥੱਪੜ ਕਿਉਂ ਮਾਰਿਆ? ਹੋਰ ਹਾਰ ਭਾਵਾਂ ਤੇਰੇ ਕੀ ਕੀਤਾ ਹੈ?
ਐਡਾ ਵੱਡਾ ਕੰਮ ਸੌਂਪਿਆ ਸੀ ਹੈ ਇੱਕ ਚੀਚੀ ਦਾ ਨਾਂ ਕੱਟ ਕੇ ਭੇਜਦਾ। ਓਏ ਘੱਟੋ ਘੱਟ ਚੀਚੀ ਕੱਟ ਕੇ ਭੇਜਦਾ, ਤਕਲੀਫ ਤਾਂ ਹੁੰਦੀ ਸਾਲਿਆਂ ਨੂੰ। ਗੱਲ ਸੁਣ, ਐਸਾ ਕੁਛ ਕਰ, ਜਾਨ ਨਿਕਲ ਜੇ ਹੁਣ ਉਹਨਾਂ ਦੀ। ਜੇ ਹੁਣ ਗਿਫਟ ਭੇਜੇਗਾ ਨਾ ਤਾਂ ਸੋਚ ਕੇ ਭੇਜੀ, ਸਮਝਿਆ ਨਾ? ओके ओके सर ओके। फिर एक एक करके नौंदरां कड्डियां। एक करोड़ मंगया सी बाप को, ਇਹਦਾ ਚੀਚੀ ਦਾ ਨਾਮ ਦੇਖ ਕੇ 5 ਕਰੋੜ ਦੇਣ ਨੂੰ ਤਿਆਰ ਹੋ ਗਿਆ। ਸੋਚ, ਜੇ ਇਹਦੇ 10 ਨੂੰ ਭੇਜੀਏ ਤਾਂ 10 ਕਰੋੜ। ਤਕਲੀਫ ਹੁੰਦੀ ਆ ਬੱਚੇ ਨੂੰ। ਹਾਂ ਆਉਟੇ ਇਹ पर पुलिस वालियां नूं लाल कार दा क्यों मिल गया? मारेगा असी। पैसे 1 करोड़ मंगे सी, 5 करोड़ मिलता सी। सर 1 करोड़ का नहीं, मैं पूरे 5 करोड़ देता था, पर मैनू मेरा बेटा मिले तो सही। पर पप्पू नूं साले नूं कहा कि गड्डी का नामो निशान मिटा दे। नामो निशान तो मिट गया, पर उस दिन बच्चे का गल कुछ ज्यादा ही घुटिया गया। असी सोचा मर गया। ये तो पहला पुलिस साडे तक पहुंचे, जाके सुट आंदा। पर बदकिस्मती कि बच्चा जिउंदा सी, मरिया तो सी पर तड़प तड़प के मरिया, तड़प तड़प के। रमन, लालच सी ते बेइज्जती सी। ਇਸ ਕਿਡਨੈਪਿੰਗ ਦੇ ਪਿੱਛੇ ਵੇਖਣ ਚ ਆਇਆ ਕਿ 2 ਕਾਰਨ ਸੀ। ਪਹਿਲਾ ਤਾਂ ਇਹ ਕਿ ਰਜਨੀ ਆਪ ਬੇਔਲਾਦ ਸੀ, ਇਸ ਲਈ ਕਿ ਮਾਂ ਦੀ ਖੁਸ਼ੀ ਉਤੋਂ ਜਰੀ ਨਹੀਂ ਗਈ, ਤੇ ਦੂਸਰਾ ਇਹ ਕਿ ਰਜਨੀ ਦੇ ਹਸਬੰਡ ਵਿਜੇ ਨੂੰ ਕਦੀ ਨਾ ਕਦੀ ਪਵਨ ਨੇ ਪਾਰਟਨਰਸ਼ਿਪ ਤੋਂ ਹਟਾਇਆ ਸੀ। ਇਸ ਗੱਲ ਦੀ ਰੰਜਿਸ਼ ਇਹ ਦੋਨੋਂ ਉਦੋਂ ਤੋਂ ਹੀ ਰੱਖੀ ਬੈਠੇ ਸਨ। ਸੋ ਲੱਗਦਾ ਇਹੀ ਹੈ ਕਿ ਇਹੀ ਰੰਜਿਸ਼ ਹੈ ਜਿਸ ਕਰਕੇ ਇਹਨਾਂ ਨੇ ਇਹਨਾਂ ਦੇ ਮਾਸੂਮ ਬੱਚੇ ਨੂੰ ਕਿਡਨੈਪ ਕੀਤਾ। ਕਹਿੰਦੇ ਨੇ ਕਈ ਇਨਸਾਨਾਂ ਦੀ ਫਿਤਰਤ ਹੀ ਐਸੀ ਹੁੰਦੀ ਹੈ ਕਿ ਉਹ ਆਪਣੀ ਖੁਸ਼ੀ 'ਚ ਘੱਟ ਪਰ ਕਿਸੇ ਦਾ ਦੁੱਖ ਦੇਖ ਕੇ ਜ਼ਿਆਦਾ ਖੁਸ਼ ਹੁੰਦੇ ਨੇ। ਕੁਝ ਇਸ ਤਰ੍ਹਾਂ ਦੀ ਹੀ ਇਹ ਕਹਾਣੀ ਸੀ ਜਿਹਦੇ ਵਿੱਚ ਇੱਕ ਪੜੋਸੀ ਹੀ ਪੜੋਸੀ ਦੀ ਖੁਸ਼ੀ ਤੋਂ ਦੇਖ ਕੇ ਸੜਦਾ ਸੀ। ਇਸੇ ਲਈ ਤਾਂ ਨੀਤਾ ਦੀ ਖੁਸ਼ੀ ਰਜਨੀ ਤੋਂ ਜਰੀ ਨਹੀਂ ਗਈ। ਉਹਦੇ 6 ਸਾਲ ਦੇ ਮਾਸੂਮ ਬੱਚੇ ਨੂੰ ਇੱਕ ਐਸੇ ਤਸ਼ੱਦਦ ਦੇ ਵਿੱਚ ਉਹਨੇ ਧਕੇਲ ਦਿੱਤਾ ਜਿਹਦੇ ਵਿੱਚ ਉਸ ਮਾਸੂਮ ਬੱਚੇ ਨੂੰ ਉਹਨੇ ਦਿਲ ਖੋਲ ਕੇ ਬੇਰਹਿਮੀ ਦੇ ਨਾਲ ਤਸ਼ੱਦਦ ਦਿੱਤੇ। ਉਹਦੇ ਪਿਆਰੇ ਜੇ ਮਾਸੂਮ ਜੇ ਜਿਸਮ ਤੋਂ ਨੋਕ ਕਤਰੇ ਤੇ ਉਹਨੂੰ 4 ਦਿਨਾਂ ਦੇ ਵਿੱਚ ਸਿਰਫ 2 ਬਿਸਕੁਟ ਦੇ ਕੇ ਭੁੱਖਾ ਰੱਖਿਆ ਗਿਆ।
कि कोई इंसान, कोई माँ ऐसा कर सकती है? कभी भी नहीं। रजनी ने सिर्फ ये इस करके किया क्योंकि आप वो बेऔलाद सी ਤੇ ਦੂਜਾ ਉਹਦੇ ਕੋਲੋਂ ਨੀਤਾ ਦੀ ਖੁਸ਼ੀ ਜਰੀ ਨਹੀਂ ਜਾਂਦੀ ਸੀ। ਇੱਕ ਹੱਸਦਾ ਖੇਡਦਾ ਵਸਦਾ ਹੋਇਆ ਪਰਿਵਾਰ ਉਹਦੀਆਂ ਅੱਖਾਂ 'ਚ ਰੜਕਣ ਲੱਗ ਪਿਆ ਤੇ ਕਿਤੇ ਨਾ ਕਿਤੇ ਇਸ ਕਿਡਨੈਪਿੰਗ ਦੇ ਵਿੱਚ ਨੀਤਾ ਦੇ ਡਰਾਈਵਰ ਨੇ ਵੀ ਰਜਨੀ ਦਾ ਸਾਥ ਦਿੱਤਾ। ਇਸ ਕਹਾਣੀ ਤੋਂ ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਆਪਾਂ ਕਿਹਦੇ ਉੱਤੇ ਯਕੀਨ ਕਰੀਏ ਤੇ ਕਿਹਦੇ ਉੱਤੇ ਯਕੀਨ ਨਾ ਕਰੀਏ, ਕਿਹਦੇ ਉੱਤੇ ਭਰੋਸਾ ਕਰਨਾ ਚਾਹੀਦਾ ਤੇ ਕਿਹਦੇ ਉੱਤੇ ਨਹੀਂ, ਕੌਣ ਸਾਡਾ ਆਪਣਾ ਹੈ ਤੇ ਕੌਣ ਸਾਡੀ ਆਪਣਿਆਂ ਦੀ ਖੁਸ਼ੀ ਦੇਖ ਕੇ ਉਹਨਾਂ ਤੋਂ ਸੜਦਾ। ਫਿਲਹਾਲ ਤੁਸੀਂ ਇਸ ਕੇਸ ਤੋਂ ਕੀ ਸਿੱਖਿਆ, ਇਹ ਸੋਚਣ ਵਾਲੀ ਗੱਲ ਹੈ, ਪਰ ਆਪਣਾ ਤੇ ਆਪਣਿਆਂ ਦਾ ਖਿਆਲ ਤੁਸੀਂ ਆਪ ਰੱਖਣਾ ਹੈ। ਤਦ ਤੱਕ ਮੈਨੂੰ ਦਿਓ ਇਜਾਜ਼ਤ, ਹੁਣ ਮੈਂ ਤੁਹਾਨੂੰ ਮਿਲਾਂਗੀ ਅਗਲੇ ਐਪੀਸੋਡ ਦੇ ਵਿੱਚ। ਮੈਂ ਅਮਨਦੀਪ ਕੌਰ ਅੱਜ ਲੈ ਰਹੀ ਹਾਂ ਵਿਦਾ, ਮਿਲਦੇ ਹਾਂ ਅਗਲੇ ਐਪੀਸੋਡ ਦੇ ਵਿੱਚ। ਨਮਸਕਾਰ। ਅੱਜ ਦਾ ਕੇਸ ਇੱਕ ਐਸੀ ਦਰਿੰਦਗੀ ਦੇ ਉੱਤੇ ਆਧਾਰਿਤ ਹੈ ਜਿਸ ਦੇ ਬਾਰੇ ਸੋਚਣਾ ਵੀ ਸ਼ਾਇਦ ਇੱਕ ਮਾਂ ਦੇ ਲਈ, ਇੱਕ ਔਰਤ ਦੇ ਲਈ ਬੜਾ ਡਰਾਵਨਾ ਹੁੰਦਾ ਹੈ। ਜਿਸ ਵੇਲੇ ਇਹ ਘਟਨਾ ਵਾਪਰਦੀ ਹੈ ਉਸੇ ਹੀ ਵਕਤ ਉਸੇ ਮੁਹੱਲੇ ਦੀ ਇੱਕ ਹੋਰ ਔਰਤ ਜਿਹਦਾ ਨਾਮ ਦੇਵੀ ਹੈ, ਜਿਹੜੀ ਉਹਦੇ ਵਾਂਗ ਹੀ ਮਾਂ ਬਣਨ ਵਾਲੀ ਹੈ, ਅਚਾਨਕ ਗਾਇਬ ਹੋ ਜਾਂਦੀ ਹੈ। ਮੁਹੱਲੇ ਵਾਲਿਆਂ ਨਾਲ ਗੱਲ ਕੀਤੀ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਰਾਣੀ ਤੇ ਦੇਵੀ ਆਪਸ ਦੇ ਵਿੱਚ ਭੈਣਾਂ ਵਾਂਗ ਰਹਿੰਦੀਆਂ ਸਨ। ਪੁਲਿਸ ਨੇ ਰਾਣੀ ਦੀ ਮੈਡੀਕਲ ਰਿਪੋਰਟ ਦੇਖੀ, ਜਿਸ ਤੋਂ ਬਾਅਦ ਇਹ ਸਾਬਿਤ ਹੋ ਗਿਆ ਕਿ ਵਾਕਈ ਰਾਣੀ ਆਪਣੇ ਨਵੇਂ ਜੰਮੇ ਬੱਚੇ ਦੇ ਮਰਨ ਕਾਰਨ ਡਿਪਰੈਸ਼ਨ 'ਚ ਸੀ, ਤਾਂ ਉਹਨੇ ਸੁਸਾਈਡ ਕਰਨ ਦੀ ਸੋਚੀ।